Hello students, 10th class students, we are reading lesson number 1 The Happy Prince। ਹੁਣ ਤੱਕ ਅਸੀਂ ਪੜ੍ਹਿਆ ਹੈ ਕਿ ਜਿਹੜਾ ਸਵੈਲੋ ਬਰਡ ਸੀਗਾ ਉਹ ਹੈਪੀ ਪ੍ਰਿੰਸ ਸਟੈਚੂ ਦੀਆਂ ਜੋ ਵੀ ਵਿਸ਼ੇਸ ਸੀਗੀਆਂ ਪੂਰੀਆਂ ਕਰ ਰਿਹਾ ਸੀਗਾ। ਸੋ ਫਸਟ ਟਾਈਮ ਹੈਪੀ ਪ੍ਰਿੰਸ ਨੇ ਉਹਨੂੰ ਕਮਾਂਡ ਕੀਤੀ ਸੀਗੀ ਕਿ ਉਹ ਰੈੱਡ ਰੂਬੀ ਜਿਹੜਾ ਹੈ ਉਹ ਇੱਕ ਟੇਲਰੈਸ ਨੂੰ ਦੇ ਕੇ ਆਵੇ, ਸੀਮਸਟਰੈਸ ਨੂੰ ਦੇ ਕੇ ਆਵੇ, ਤਾਂ ਉਹ ਸਵੈਲੋ ਨੇ ਉਵੇਂ ਹੀ ਕੀਤਾ। ਉਸ ਤੋਂ ਬਾਅਦ ਉਹਦੀਆਂ ਆਈਜ਼ ਦੇ ਵਿੱਚ ਜਿਹੜੇ ਸਫਾਇਰ ਲੱਗੇ ਸੀ ਬਲੂ ਡਾਇਮੰਡ, ਉਹਨਾਂ ਦੇ ਵਿੱਚੋਂ ਇੱਕ ਬਲੂ ਸਫਾਇਰ ਜਿਹੜਾ ਹੈ ਬਲੂ ਡਾਇਮੰਡ ਜਿਹੜਾ ਹੈ ਉਹਨੇ ਕਿਹਾ ਸੀਗਾ ਹੈਪੀ ਪ੍ਰਿੰਸ ਨੇ ਕਿ ਇਹ ਜਿਹੜਾ ਹੈ ਬਲੂ ਡਾਇਮੰਡ ਯੰਗ ਪਲੇਅ ਰਾਈਟ ਨੂੰ ਦਿੱਤਾ ਜਾਏ, ਜਿਹੜਾ ਨੌਜਵਾਨ ਨਾਟਕ ਲਿਖਣ ਵਾਲਾ ਲੜਕਾ ਸੀਗਾ। ਇਸ ਤਰ੍ਹਾਂ ਹੀ ਕੀਤਾ ਸੀ ਸਵੈਲੋ ਨੇ। ਫਿਰ ਤੀਸਰਾ ਨੰਬਰ ਦੇ ਉੱਪਰ ਜਿਹੜਾ ਹੈ ਇੱਕ ਛੋਟੀ ਲੜਕੀ ਜੋ ਕਿ ਮਾਚਿਸ ਵੇਚ ਰਹੀ ਸੀਗੀ ਔਰ ਉਹਦੀ ਮਾਚਿਸ ਜਿਹੜੀ ਗਟਰ 'ਚ ਡਿੱਗ ਗਈ ਸੀਗੀ, ਤਾਂ ਹੈਪੀ ਪ੍ਰਿੰਸ ਸਟੈਚੂ ਨੇ ਕਿਹਾ ਸੀਗਾ ਕਿ ਜਿਹੜੀ ਦੂਸਰੀ ਅੱਖ ਦਾ ਬਲੂ ਡਾਇਮੰਡ ਹੈ, ਸਫਾਇਰ ਹੈ, ਉਹ ਹੁਣ ਸਵੈਲੋ ਕੱਢੇ ਔਰ ਉਸ ਲੜਕੀ ਨੂੰ ਦੇ ਆਵੇ। ਤਾਂ ਇੱਥੇ ਅਸੀਂ ਜਿਹੜਾ ਲਾਸਟ ਪਾਰਟ ਖਤਮ ਕੀਤਾ ਸੀ, ਇੱਥੋਂ ਹੁਣ ਅਸੀਂ ਅੱਗੇ ਕੰਟੀਨਿਊ ਕਰਾਂਗੇ ਰੀਡਿੰਗ। ਸੋ ਲੜਕੀ ਜਦੋਂ ਬਲੂ ਸਫਾਇਰ ਪ੍ਰਾਪਤ ਕਰਦੀ ਹੈ ਤਾਂ ਕੀ ਕਹਿੰਦੀ ਹੈ, ਵਾਟ ਅ ਲਵਲੀ ਬਿਟ ਆਫ ਗਲਾਸ, ਕਿੰਨਾ ਸੋਹਣਾ ਗਲਾਸ ਹੈ, ਕੱਚ ਦਾ ਪੀਸ ਹੈ। ਕ੍ਰਾਈਡ ਦਾ ਲਿਟਲ ਗਰਲ ਐਂਡ ਸ਼ੀ ਰੈਨ ਹੋਮ ਲਾਫਿੰਗ, ਇਸ ਤਰ੍ਹਾਂ ਰੌਲਾ ਪਾਉਂਦੀ ਹੋਈ ਲੜਕੀ ਜਿਹੜੀ ਹੈ ਘਰ ਨੂੰ ਦੌੜ ਗਈ ਹੱਸਦੀ ਹੋਈ। ਦੈਨ ਦਾ ਸਵੈਲੋ ਕੇਮ ਬੈਕ ਟੂ ਦਾ ਪ੍ਰਿੰਸ, ਹੁਣ ਉਹ ਸਵੈਲੋ ਹੈਪੀ ਪ੍ਰਿੰਸ ਦੇ ਕੋਲ ਵਾਪਸ ਆਈ। ਯੂ ਆਰ ਬਲਾਈਂਡ ਨਾਓ ਹੀ ਸੈਡ, ਸੋ ਆਈ ਵਿਲ ਸਟੇ ਵਿਦ ਯੂ ਆਲਵੇਜ਼। ਸੋ ਸਵੈਲੋ ਜਿਹੜਾ ਹੈ ਉਹ ਹੈਪੀ ਪ੍ਰਿੰਸ ਨੂੰ ਕਹਿੰਦਾ ਹੈ ਕਿ ਹੈਪੀ ਪ੍ਰਿੰਸ ਤੇਰੀਆਂ ਦੋਨੋਂ ਅੱਖਾਂ ਹੁਣ ਚਲੀਆਂ ਗਈਆਂ ਨੇ, ਤੂੰ ਅੰਨਾ ਹੋ ਗਿਆ। ਅਤੇ ਹੀ ਸੈਡ ਸੋ ਆਈ ਵਿਲ ਸਟੇ ਵਿਦ ਯੂ ਆਲਵੇਜ਼, ਇਸ ਕਰਕੇ ਸਵੈਲੋ ਕਹਿੰਦਾ ਕਿ ਮੈਂ ਹੁਣ ਹਮੇਸ਼ਾ ਤੇਰੇ ਨਾਲ ਰਹਾਂਗਾ। ਨੋ ਲਿਟਲ ਸਵੈਲੋ ਸੈਡ ਦਾ ਪੂਅਰ ਪ੍ਰਿੰਸ, ਲੇਕਿਨ ਹੈਪੀ ਪ੍ਰਿੰਸ ਉਹਨੂੰ ਕਹਿੰਦਾ ਨਹੀਂ ਸਵੈਲੋ, ਇਸ ਤਰ੍ਹਾਂ ਨਹੀਂ, ਯੂ ਮਸਟ ਗੋ ਅਵੇ ਟੂ ਇਜਿਪਟ, ਤੂੰ ਹੁਣ ਇਜਿਪਟ ਚਲਾ ਜਾ। ਨੋ ਆਈ ਵਿਲ ਸਟੇ ਵਿਦ ਯੂ ਆਲਵੇਜ਼ ਸੈਡ ਦਾ ਸਵੈਲੋ, ਅੱਗੋਂ ਸਵੈਲੋ ਬਰਡ ਕਹਿੰਦਾ ਹੈ ਕਿ ਨਹੀਂ ਮੈਂ ਹੁਣ ਹਮੇਸ਼ਾ ਤੇਰੇ ਨਾਲ ਰਹਾਂਗਾ। ਐਂਡ ਹੀ ਸਲੈਪਟ ਐਟ ਦਾ ਪ੍ਰਿੰਸ ਫੀਟ, ਇਹਨਾਂ ਕਹਿ ਕੇ ਉਹ ਹੈਪੀ ਪ੍ਰਿੰਸ ਦੇ ਪੈਰਾਂ ਵਿੱਚ ਸੌਂ ਗਿਆ। ਆਲ ਦਾ ਨੈਕਸਟ ਡੇ ਹੀ ਸੈਟ ਔਨ ਦਾ ਪ੍ਰਿੰਸ ਸ਼ੋਲਡਰ and told him stories of what he had seen in strange lands। ਅਗਲੇ ਦਿਨ ਉਹ ਹੈਪੀ ਪ੍ਰਿੰਸ ਦੇ ਮੋਢੇ ਦੇ ਉੱਪਰ ਬੈਠ ਗਿਆ ਔਰ ਉਹਨੇ ਬਹੁਤ ਸਾਰੀਆਂ ਕਹਾਣੀਆਂ ਸੁਣਾਈਆਂ ਸਟ੍ਰੇਂਜ ਲੈਂਡਸ ਦੇ ਬਾਰੇ, ਅਜੀਬ ਅਜੀਬ ਦੁਨੀਆ ਬਾਰੇ ਉਹਨੇ ਜਿਹੜੀਆਂ ਕਹਾਣੀਆਂ ਸੁਣਾਈਆਂ ਜੋ ਕਿ ਸਵੈਲੋ ਨੇ ਦੇਖੀਆਂ ਹੋਈਆਂ ਸੀਗੀਆਂ। ਡੀਅਰ ਲਿਟਲ ਸਵੈਲੋ ਸੈਡ ਦਾ ਪ੍ਰਿੰਸ, ਯੂ ਟੈਲ ਮੀ ਆਫ ਮਾਰਵਲਸ ਥਿੰਗਸ but more marvelous than anything is the suffering of men and women। ਅੱਗੋਂ ਹੈਪੀ ਪ੍ਰਿੰਸ ਜਵਾਬ ਦਿੰਦਾ ਹੈ ਕਿ ਪਿਆਰੇ ਲਿਟਲ ਸਵੈਲੋ, ਤੂੰ ਮੈਨੂੰ ਅਜੀਬ ਔਰ ਅਦਭੁਤ ਚੀਜ਼ਾਂ ਦੀਆਂ ਕਹਾਣੀਆਂ ਸੁਣਾਈਆਂ ਨੇ, ਲੇਕਿਨ ਇਹਨਾਂ ਸਭ ਤੋਂ ਵੀ ਅਦਭੁਤ ਚੀਜ਼ ਜੋ ਹੈ ਉਹ ਹੈ ਗਰੀਬ ਆਦਮੀ ਔਰ ਔਰਤਾਂ ਦੇ ਦੁੱਖ। there is no mystery so great as misery, ਆਮ ਲੋਕਾਂ ਦੇ ਦੁੱਖ ਨਾਲੋਂ ਵੱਡਾ ਕੋਈ ਵੀ ਰਹੱਸ ਨਹੀਂ ਹੈ, ਮਿਸਟਰੀ ਹੁੰਦੀ ਰਹੱਸ। ਫਲਾਈ ਓਵਰ ਮਾਈ ਸਿਟੀ ਲਿਟਲ ਸਵੈਲੋ ਐਂਡ ਟੈਲ ਮੀ ਵਟ ਯੂ ਸੀ ਦੇਅਰ, ਇੱਕ ਵਾਰੀ ਫਿਰ ਮੇਰੇ ਸ਼ਹਿਰ ਦੇ ਉੱਪਰੋਂ ਦੀ ਉੱਡੋ ਸਵੈਲੋ ਔਰ ਮੈਨੂੰ ਦੱਸੋ ਕਿ ਤੁਸੀਂ ਸ਼ਹਿਰ ਵਿੱਚ ਕੀ ਦੇਖਦੇ ਹੋ। ਸੋ ਦਾ ਸਵੈਲੋ ਫਲਿਊ ਓਵਰ ਦਾ ਗ੍ਰੇਟ ਸਿਟੀ, ਇਸ ਕਰਕੇ ਸਵੈਲੋ ਦੁਬਾਰਾ ਸ਼ਹਿਰ ਦੇ ਉੱਪਰੋਂ ਦੀ ਉੱਡਿਆ। ਸਾ ਦਾ ਰਿਚ ਮੈਕਿੰਗ ਮੈਰੀ ਇਨ ਦੇ ਬਿਊਟੀਫੁਲ ਹਾਊਸਿਸ, ਔਰ ਉਹਨੇ ਦੇਖਿਆ ਕਿ ਅਮੀਰ ਜਿਹੜੇ ਸੀਗੇ ਉਹ ਆਪਣੇ ਸੁੰਦਰ ਘਰਾਂ ਦੇ ਵਿੱਚ ਖੁਸ਼ੀਆਂ ਮਨਾ ਰਹੇ ਸੀਗੇ। ਵਾਈਲ ਦਾ ਬੈਗਰਸ ਵਰ ਸਿਟਿੰਗ ਐਟ ਦ ਗੇਟਸ, ਜਦੋਂ ਕਿ ਭਿਖਾਰੀ ਗੇਟਸ ਦੇ ਉੱਪਰ ਬੈਠੇ ਹੋਏ ਸੀਗੇ। ਹੀ ਫਲਿਊ ਇਨ ਟੂ ਦ ਡਾਰਕ ਲੇਨਸ, ਸਵੈਲੋ ਜਿਹੜਾ ਹੈ ਹਨੇਰੀਆਂ ਗਲੀਆਂ ਦੇ ਉੱਪਰੋਂ ਦੀ ਉੱਡਿਆ। ਐਂਡ ਸਾ ਦ ਵਾਈਟ ਫੇਸਿਸ ਆਫ ਸਟਾਰਵਿੰਗ ਚਿਲਡਰਨ ਲੁਕਿੰਗ ਆਊਟ ਲਿਸਟਲੈਸਲੀ ਐਟ ਦ ਬਲੈਕ ਸਟਰੀਟਸ, ਔਰ ਉਹਨੇ ਦੇਖਿਆ ਕਿ ਗਰੀਬਾਂ ਦੇ ਬੱਚੇ ਜਿਹੜੇ ਸੀਗੇ ਉਹ ਭੁੱਖੇ ਮਰ ਰਹੇ ਸੀਗੇ। ਲੁਕਿੰਗ ਆਊਟ ਲਿਸਟਲੈਸਲੀ ਐਟ ਦ ਬਲੈਕ ਸਟਰੀਟਸ, ਔਰ ਬੜੇ ਹੀ ਉਦਾਸੀ ਦੇ ਨਾਲ ਉਹ ਬਲੈਕ ਸਟਰੀਟਸ ਵੱਲ ਦੇਖ ਰਹੇ ਸੀ ਉਹ ਬੱਚੇ। ਅੰਡਰ ਦ ਆਰਚਵੇ ਆਫ ਦ ਬ੍ਰਿਜ ਟੂ ਲਿਟਲ ਬॉयਜ਼ ਵਰ ਲਾਇੰਗ ਇਨ ਈਚ ਅਦਰਸ ਆਰਮਸ ਟੂ ਟਰਾਈ ਐਂਡ ਕੀਪ ਦੈਮਸੈਲਵਸ ਵਾਰਮ। ਸਵੈਲੋ ਨੇ ਦੇਖਿਆ ਕਿ ਇੱਕ ਪੁਲ ਦੇ ਆਰਚਵੇ ਦੇ ਨੀਚੇ, ਇੱਕ ਬ੍ਰਿਜ ਦੇ ਨੀਚੇ ਦੋ ਛੋਟੇ ਲੜਕੇ ਲੇਟੇ ਹੋਏ ਸੀਗੇ ਇੱਕ ਦੂਜੇ ਦੀਆਂ ਬਾਹਾਂ ਦੇ ਵਿੱਚ, ਔਰ ਉਹ ਬੱਚੇ ਇਸ ਤਰ੍ਹਾਂ ਆਪਣੇ ਆਪ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ ਠੰਡੇ ਮੌਸਮ ਦੇ ਵਿੱਚ। ਹਾਊ ਹੰਗਰੀ
ਵੀ ਆਰ ਦੇ ਸੈਡ, ਉਹ ਬੱਚੇ ਕਹਿ ਰਹੇ ਸੀਗੇ ਕਿ ਅਸੀਂ ਕਿੰਨੇ ਭੁੱਖੇ ਹਾਂ। ਯੂ ਮਸਟ ਨਾਟ ਲਾਈ ਹੇਅਰ ਸ਼ਾਊਟਡ ਦਾ ਵਾਚਮੈਨ ਐਂਡ ਦੇ ਵਾਂਡਰਡ ਆਊਟ ਇਨਟੂ ਦ ਰੇਨ। ਉਹ ਬੱਚੇ ਪੁਲ ਦੇ ਨੀਚੇ ਠੰਡ ਤੋਂ ਬਚ ਰਹੇ ਸੀ ਆਪਣੇ ਵੱਲੋਂ, ਲੇਕਿਨ ਉੱਥੇ ਵਾਚਮੈਨ ਆ ਗਿਆ ਔਰ ਉੱਥੇ ਨਿਗਰਾਨ ਆ ਗਿਆ ਔਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇੱਥੇ ਨਹੀਂ ਸੌਂ ਸਕਦੇ, ਇਸ ਲਈ ਤੁਹਾਨੂੰ ਇੱਥੋਂ ਜਾਣਾ ਪਏਗਾ। ਇਹ ਸੁਣ ਕੇ ਬੱਚੇ ਜਿਹੜੇ ਸੀਗੇ ਬਾਹਰ ਚਲੇ ਗਏ ਔਰ ਬਾਰਿਸ਼ ਦੇ ਵਿੱਚ ਭਿੱਜਣ ਲੱਗ ਗਏ। ਦੈਨ ਹੀ ਫਲਿਊ ਬੈਕ ਐਂਡ ਟੋਲਡ ਦਾ ਪ੍ਰਿੰਸ ਵਾਟ ਹੀ ਹੈਡ ਸੀਨ। ਇਹ ਸਾਰਾ ਕੁਝ ਦੇਖ ਕੇ ਸਵੋਲੋ ਜਿਹੜਾ ਹੈ ਵਾਪਸ ਗਿਆ ਹੈਪੀ ਪ੍ਰਿੰਸ ਦੇ ਕੋਲ ਔਰ ਉਹਨੂੰ ਸਾਰਾ ਕੁਝ ਦੱਸਿਆ ਉਹਨੇ ਜਾ ਕੇ। I am covered with fine gold, said the prince. You must take it off leaf by leaf and give it to the poor. The living always think that gold can make them happy. ਹੈਪੀ ਪ੍ਰਿੰਸ ਕਹਿੰਦਾ ਹੈ ਕਿ ਮੈਂ ਇੱਥੇ ਗੋਲਡ ਨਾਲ ਕਵਰਡ ਹਾਂ, ਤੂੰ ਕੀ ਕਰ ਸਕਦਾ ਹੈ। ਸਵੋਲੋ ਨੂੰ ਕਹਿੰਦਾ ਹੈ ਕਿ ਸਵੋਲੋ ਤੂੰ ਇਹ ਜਿਹੜੇ ਮੇਰੇ ਲੀਫਲੈਟਸ ਨੇ ਗੋਲਡ ਦੇ 1 by 1 ਇਹਨਾਂ ਨੂੰ ਉਤਾਰ ਔਰ ਜਾ ਕੇ ਗਰੀਬਾਂ ਵਿੱਚ ਵੰਡਦੇ। ਦ ਲਿਵਿੰਗ ਆਲਵੇਜ਼ ਥਿੰਕ ਦੈਟ ਗੋਲਡ ਕੈਨ ਮੇਕ them ਹੈਪੀ। ਜਿੰਦਾ ਜੀਵ ਇਹ ਸੋਚਦੇ ਨੇ ਕਿ ਸੋਨਾ ਉਹਨਾਂ ਨੂੰ ਖੁਸ਼ ਕਰ ਸਕਦਾ ਹੈ। ਲੀਫ ਆਫਟਰ ਲੀਫ of the fine gold the swallow picked off till the happy prince looked quite dull and grey. ਸੋ ਇੱਕ ਇੱਕ ਲੀਫ ਕਰਕੇ ਸਵੋਲੋ ਨੇ ਸਾਰਾ ਸੋਨਾ ਜਿਹੜਾ ਸੀਗਾ ਹੈਪੀ ਪ੍ਰਿੰਸ ਦੇ ਸਟੈਚੂ ਦਾ ਉਤਾਰ ਦਿੱਤਾ ਔਰ ਹੌਲੀ ਹੌਲੀ ਜਦੋਂ ਸਾਰਾ ਸੋਨਾ ਉਤਰ ਗਿਆ ਤਾਂ ਹੈਪੀ ਪ੍ਰਿੰਸ ਦਾ ਸਟੈਚੂ ਬਹੁਤ ਹੀ ਡਲ ਔਰ ਗ੍ਰੇ ਲੱਗਣ ਲੱਗ ਗਿਆ, ਕਿਉਂਕਿ ਹੁਣ ਉਹਦੀ ਜਿਹੜੀ ਬ੍ਰਾਈਟਨੈਸ ਸੀ ਗੋਲਡ ਦੀ ਉਹ ਖਤਮ ਹੋ ਗਈ ਸੀ, ਕਿਉਂਕਿ ਗੋਲਡ ਸਾਰਾ ਜਿਹੜਾ ਸੀਗਾ ਰਿਮੂਵ ਹੋ ਗਿਆ ਸੀ। Leaf after leaf of the fine gold he brought to the poor, and the children's faces grew rosier, and they laughed and played in the street. We have bread now, they cried. ਸੋ ਜਦੋਂ ਗਰੀਬਾਂ ਦੇ ਵਿੱਚ ਉਹ ਸੋਨਾ ਵੰਡਿਆ ਗਿਆ ਸਵੋਲੋ ਵੱਲੋਂ, ਤਾਂ ਗਰੀਬਾਂ ਦੇ ਬੱਚਿਆਂ ਦੇ ਜਿਹੜੇ ਚਿਹਰੇ ਸੀਗੇ ਉਹ ਰੋਜ਼ੀਅਰ ਹੋ ਗਏ, ਖੁਸ਼ੀ ਦੇ ਨਾਲ ਜਿਹੜੇ ਨੇ ਗੁਲਾਬੀ ਹੋ ਗਏ ਔਰ ਉਹ ਬੱਚੇ ਹੱਸ ਰਹੇ ਸੀ, ਗਲੀਆਂ ਵਿੱਚ ਖੇਡ ਰਹੇ ਸੀਗੇ, ਕਿਉਂਕਿ ਉਹਨਾਂ ਕੋਲ ਹੁਣ ਪੈਸੇ ਆ ਗਏ ਸੀ ਜਿਨ੍ਹਾਂ ਨਾਲ ਉਹਨਾਂ ਨੇ ਬ੍ਰੈਡ ਖਰੀਦੀ ਔਰ ਉਹ ਖੁਸ਼ ਸੀਗੇ ਔਰ ਸ਼ੋਰ ਪਾ ਰਹੇ ਸੀਗੇ ਕਿ ਹੁਣ ਸਾਡੇ ਕੋਲ ਪੇਟ ਭਰਨ ਲਈ ਬ੍ਰੈਡ ਹੈ। ਦੈਨ ਦਾ ਸਨੋ ਕੇਮ, ਉਸ ਤੋਂ ਬਾਅਦ ਬਰਫ਼ਬਾਰੀ ਹੋਣੀ ਸ਼ੁਰੂ ਹੋ ਗਈ। ਆਫਟਰ ਦਾ ਸਨੋ ਕੇਮ ਦਾ ਫਰੋਸਟ, ਬਰਫ਼ ਪੈਣ ਤੋਂ ਬਾਅਦ ਫਿਰ ਕੋਰਾ ਪੈਣ ਦਾ ਟਾਈਮ ਆਇਆ। ਦ ਸਟਰੀਟਸ ਲੁਕਡ ਐਜ਼ ਇਫ ਦੇ ਵਰ ਮੇਡ ਆਫ ਸਿਲਵਰ। ਸਨੋਫਾਲ ਔਰ ਫਰੋਸਟ ਦੇ ਨਾਲ ਸਿਟੀ ਦੀਆਂ ਸਟਰੀਟਸ ਬਿਲਕੁਲ ਵਾਈਟ ਹੋ ਚੁੱਕੀਆਂ ਸੀਗੀਆਂ ਔਰ ਇਵੇਂ ਲੱਗ ਰਿਹਾ ਸੀ ਇਹ ਸਟਰੀਟਸ ਸਿਲਵਰ ਦੀਆਂ ਬਣੀਆਂ ਹੁੰਦੀਆਂ ਹਨ। ਐਵਰੀਬਡੀ ਵੈਂਟ ਅਬਾਊਟ ਇਨ ਫਰਸ, ਹਰ ਇੱਕ ਨੇ ਹੁਣ ਫਰ ਦੇ ਕੱਪੜੇ, ਗਰਮ ਕੱਪੜੇ ਪਹਿਨੇ ਹੋਏ ਸੀ। ਐਂਡ ਦ ਲਿਟਲ ਬॉयਜ਼ ਵੋਰ ਸਕਾਰਲੇਟ ਕੈਪਸ, ਔਰ ਛੋਟੇ ਲੜਕਿਆਂ ਨੇ ਸਕਾਰਲੇਟ ਕੈਪਸ ਪਹਿਨੀਆਂ ਹੋਈਆਂ ਸੀਗੀਆਂ। ਇਹ ਛੋਟੇ ਲੜਕੇ ਸਕੇਟਿੰਗ ਕਰ ਰਹੇ ਸੀ। ਦੇ ਸਕੇਟਡ ਔਨ ਦਾ ਆਈਸ, ਬਰਫ਼ ਦੇ ਉੱਪਰ ਸਕੇਟਿੰਗ ਕਰ ਰਹੇ ਸੀਗੇ। ਦ ਪੂਅਰ ਲਿਟਲ ਸਵਾਲੋ ਗ੍ਰਿਊ ਕੋਲਡਰ, ਵਿਚਾਰਾ ਸਵਾਲੋ ਬਰਡ ਜਿਹੜਾ ਸੀਗਾ ਉਹ ਹੁਣ ਠੰਡ ਨਾਲ ਬਹੁਤ ਹੀ ਠੰਡਾ ਹੋ ਗਿਆ ਸੀਗਾ ਐਂਡ ਕੋਲਡਰ, ਔਰ ਹੋਰ ਠੰਡ ਉਹਨੂੰ ਲੱਗ ਰਹੀ ਸੀ। ਬਟ ਹੀ ਵੁੱਡ ਨਾਟ ਲੀਵ ਦ ਪ੍ਰਿੰਸ, ਲੇਕਿਨ ਉਹ ਹੈਪੀ ਪ੍ਰਿੰਸ ਨੂੰ ਨਹੀਂ ਸੀ ਛੱਡ ਕੇ ਜਾ ਰਿਹਾ। ਹੀ ਲਵਡ ਹਿਮ ਟੂ ਵੈਲ, ਕਿਉਂਕਿ ਸਵਾਲੋ ਜਿਹੜਾ ਸੀ ਹੁਣ ਹੈਪੀ ਪ੍ਰਿੰਸ ਦੇ ਸਟੈਚੂ ਨੂੰ ਪਿਆਰ ਕਰਨਾ ਸ਼ੁਰੂ ਕਰ ਗਿਆ ਸੀ। He picked up crumbs outside the baker's door when the baker was not looking and tried to keep himself warm by flapping his wings. ਜਿਹੜਾ ਸਵਾਲੋ ਬਰਡ ਸੀਗਾ ਉਹਨੇ ਆਪਣੀ ਭੁੱਖ ਨੂੰ ਦੂਰ ਕਰਨ ਲਈ ਇੱਕ ਬੇਕਰੀ ਦੇ ਡੋਰ ਦੇ ਬਾਹਰੋਂ ਜਿਹੜਾ ਛੋਟੇ ਛੋਟੇ ਕ੍ਰਮਸ ਉਠਾਏ, ਬ੍ਰੈਡ ਦੇ ਛੋਟੇ ਛੋਟੇ ਪੀਸਿਸ, ਔਰ ਉਹਨਾਂ ਨੂੰ ਖਾਣਾ ਸ਼ੁਰੂ ਕੀਤਾ। ਉਹਨੇ ਇਹ ਸਭ ਉਸ ਟਾਈਮ ਕੀਤਾ ਜਦੋਂ ਬੇਕਰ ਦੇਖ ਨਹੀਂ ਸੀ ਰਿਹਾ। and try to keep himself warm by flapping his wings. ਠੰਡ ਦੇ ਵਿੱਚ ਆਪਣੇ ਆਪ ਨੂੰ ਗਰਮ ਰੱਖਣ ਲਈ ਉਹ ਆਪਣੇ ਵਿੰਗਸ ਨੂੰ ਬਾਰ-ਬਾਰ ਫਲੈਪ ਕਰ ਰਿਹਾ ਸੀ, ਫੜਫੜਾ ਰਿਹਾ ਸੀ। ਬਟ ਐਟ ਲਾਸਟ ਹੀ ਨਿਊ ਦੈਟ ਹੀ ਵਾਸ ਗੋਇੰਗ ਟੂ ਡਾਈ। ਅਖੀਰ ਉਹ ਟਾਈਮ ਆ ਗਿਆ ਜਦੋਂ ਸਵਾਲੋ ਨੂੰ ਪਤਾ ਲੱਗ ਗਿਆ ਕਿ ਉਹ ਹੁਣ ਮਰ ਜਾਏਗਾ। ਹੀ ਹੈਡ ਜਸਟ ਇਨਫ ਸਟਰੈਂਥ ਟੂ ਫਲਾਈ ਅਪ ਟੂ ਦ ਪ੍ਰਿੰਸ ਸ਼ੋਲਡਰ ਵਨਸ ਮੋਰ। ਉਹਦੇ ਕੋਲ ਹੁਣ ਸਿਰਫ ਇੰਨੀ ਕੁ ਹੀ ਐਨਰਜੀ ਬਚੀ ਸੀਗੀ ਕਿ ਇੱਕ ਵਾਰ ਉਹ ਪ੍ਰਿੰਸ ਦੇ ਸ਼ੋਲਡਰ ਤੱਕ ਉੱਡ ਕੇ ਜਾ ਸਕਿਆ। Goodbye dear prince, he murmured. Will you let me kiss your hand? ਔਰ ਉਹ ਹੌਲੀ ਜਿਹੀ ਜਾ ਕੇ ਬੋਲਿਆ ਹੈਪੀ ਪ੍ਰਿੰਸ ਦੇ ਕੋਲ
ਕਿ ਗੁੱਡ ਬਾਏ ਹੈਪੀ ਪ੍ਰਿੰਸ, ਕੀ ਤੁਸੀਂ ਮੈਨੂੰ ਆਖਰੀ ਵਾਰ ਆਪਣੇ ਹੈਂਡ ਨੂੰ ਕਿਸ ਕਰਨ ਦਿਓਗੇ। ਆਈ ਐਮ ਗਲੈਡ ਦੈਟ ਯੂ ਆਰ ਗੋਇੰਗ ਟੂ ਇਜਿਪਟ ਐਟ ਲਾਸਟ ਲਿਟਲ ਸੋਲੋ। ਹੈਪੀ ਪ੍ਰਿੰਸ ਅੱਗੋਂ ਕਹਿੰਦਾ ਹੈ ਕਿ ਮੈਨੂੰ ਖੁਸ਼ੀ ਹੈ, ਮੈਂ ਹੈਪੀ ਹਾਂ, ਗਲੈਡ ਹਾਂ ਕਿ ਤੁਸੀਂ ਆਖਿਰ ਇਜਿਪਟ ਜਾ ਰਹੇ ਹੋ। You have stayed too longer here, but you must kiss me on the lips for I love you। ਹੈਪੀ ਪ੍ਰਿੰਸ ਕਹਿੰਦਾ ਹੈ ਕਿ ਤੁਸੀਂ ਬਹੁਤ ਲੰਮਾ ਟਾਈਮ ਮੇਰੇ ਨਾਲ ਠਹਿਰੇ ਹੋ, ਲੇਕਿਨ ਜਾਂਦੇ ਹੋਏ ਤੁਸੀਂ ਜਿਹੜਾ ਹੈ ਜ਼ਰੂਰ ਮੈਨੂੰ ਅਲਵਿਦਾ ਕਰੋ, ਕਿਉਂਕਿ ਮੈਂ ਤੁਹਾਨੂੰ ਜਿਹੜਾ ਹੈ ਪਿਆਰ ਕਰਦਾ। ਇਟ ਇਜ਼ ਨੋਟ ਟੂ ਇਜਿਪਟ ਦੈਨ ਦੈਟ ਆਈ ਐਮ ਗੋਇੰਗ ਸੈਡ ਦ ਲਿਟਲ ਸਵਾਲੋ। ਲਿਟਲ ਸਵਾਲੋ ਕਹਿੰਦਾ ਕਿ ਮੈਂ ਇਜਿਪਟ ਨਹੀਂ ਜਾ ਰਿਹਾ। ਆਈ ਐਮ ਗੋਇੰਗ ਟੂ ਦ ਹਾਊਸ ਆਫ ਡੈਥ, ਮੈਂ ਮੌਤ ਦੇ ਘਰ ਜਾ ਰਿਹਾ। ਡੈਥ ਇਜ਼ ਦ ਬ੍ਰਦਰ ਆਫ ਸਲੀਪ ਇਜ਼ਨਟ ਹੀ, ਇਹ ਮੌਤ ਨੀਂਦ ਦੀ ਹੀ ਭੈਣ ਹੈ ਕਿ ਨਹੀਂ। ਐਂਡ ਹੀ ਕਿਸ ਦ ਹੈਪੀ ਪ੍ਰਿੰਸ ਔਨ ਦ ਲਿਪਸ ਐਂਡ ਫੈਲ ਡਾਊਨ ਡੈਡ ਐਟ ਹਿਸ ਫੀਟ। ਔਰ ਇਹਨਾਂ ਕਹਿ ਕੇ ਸਵਾਲੋ ਜਿਹੜਾ ਸੀਗਾ ਹੈਪੀ ਪ੍ਰਿੰਸ ਨੂੰ ਕਿਸ ਕਰਕੇ ਜ਼ਮੀਨ 'ਤੇ ਨੀਚੇ ਡਿੱਗ ਪਿਆ ਔਰ ਉਹਦੀ ਡੈਥ ਹੋ ਗਈ। ਔਰ ਉਹ ਡਿੱਗਿਆ ਕਿੱਥੇ, ਹੈਪੀ ਪ੍ਰਿੰਸ ਦੇ ਫੀਟ ਵਿੱਚ, ਪੈਰਾਂ ਵਿੱਚ। ਐਟ ਦੈਟ ਮੋਮੈਂਟ ਅ ਕਿਊਰੀਅਸ ਕਰੈਕ ਸਾਊਂਡਡ ਇਨਸਾਈਡ ਦ ਸਟੈਚੂ। ਉਸੇ ਹੀ ਟਾਈਮ ਹੈਪੀ ਪ੍ਰਿੰਸ ਦੇ ਸਟੈਚੂ ਦੇ ਵਿੱਚ ਇੱਕ ਬਹੁਤ ਜਿਹੜਾ ਹੈ ਵੱਡੀ ਦਰਾਰ ਆ ਗਈ ਔਰ ਆਵਾਜ਼ ਸੁਣਾਈ ਦਿੱਤੀ। ਐਜ਼ ਇਫ ਸਮਥਿੰਗ ਹੈਡ ਬ੍ਰੋਕਨ, ਜਿਵੇਂ ਕੁਝ ਟੁੱਟ ਗਿਆ ਹੋਵੇ। The fact is that the leaden heart had snapped right into two। ਸੱਚਾਈ ਇਹ ਸੀ ਕਿ ਉਹ ਲੈਡ ਦਾ ਬਣਿਆ ਹੋਇਆ ਦਿਲ ਸਟੈਚੂ ਦਾ ਦੋ ਟੁਕੜਿਆਂ ਵਿੱਚ ਵੰਡਿਆ ਗਿਆ ਸੀ, ਉਹਦੇ ਦੋ ਟੁਕੜੇ ਹੋ ਗਏ ਸੀ। ਇਟ ਸਰਟਨਲੀ ਵਾਸ ਡ੍ਰੈਡਫੁਲੀ ਹਾਰਡ ਫਰੋਸਟ। ਅਸਲ ਦੇ ਵਿੱਚ ਬਹੁਤ ਹੀ ਭਿਆਨਕ ਫਰੋਸਟ ਜਿਹੜਾ ਸੀ, ਕੋਹਰਾ ਪੈ ਰਿਹਾ ਸੀ। ਅਰਲੀ ਦਾ ਨੈਕਸਟ ਮਾਰਨਿੰਗ ਦ ਮੇਅਰ ਵਾਸ ਵਾਕਿੰਗ ਇਨ ਦ ਸਕੁਏਅਰ। ਅਗਲੀ ਸਵੇਰ ਬਹੁਤ ਜਲਦੀ ਦਾ ਟਾਈਮ ਸੀਗਾ, ਅਰਲੀ ਮਾਰਨਿੰਗ ਸੀਗੀ, ਔਰ ਉਸ ਸਿਟੀ ਦਾ ਜਿਹੜਾ ਮੇਅਰ ਸੀਗਾ ਉਹ ਉਸ ਸਕੇਅਰ ਦੇ ਵਿੱਚ ਚੱਲਦਾ ਹੋਇਆ ਆਇਆ, ਉਸ ਚੌਂਕ ਵਿੱਚ ਆਇਆ ਜਿੱਥੇ ਹੈਪੀ ਪ੍ਰਿੰਸ ਦਾ ਸਟੈਚੂ ਸੀਗਾ। ਇਨ ਦਾ ਕੰਪਨੀ ਵਿਦ ਦ ਟਾਊਨ ਕਾਉਂਸਲਰਸ, ਔਰ ਉਹਦੇ ਨਾਲ ਉਹਦੇ ਟਾਊਨ ਕਾਉਂਸਲਰ ਸੀਗੇ। ਐਜ਼ ਦੇ ਪਾਸ ਦ ਕਾਲਮ ਹੀ ਲੁਕਡ ਅਪ ਐਟ ਦ ਸਟੈਚੂ। ਜਦੋਂ ਹੈਪੀ ਪ੍ਰਿੰਸ ਜਿਸ ਕਾਲਮ ਦੇ ਉੱਪਰ ਬਣਾਇਆ ਗਿਆ ਸੀਗਾ ਉਸ ਕਾਲਮ ਤੋਂ ਦੇ ਕੋਲੋਂ ਦੀ ਲੰਘੀ ਤਾਂ ਕੀ ਕਿਹਾ ਉਹਨਾਂ ਨੇ, ਡੀਅਰ ਮੀ ਹਾਊ ਸ਼ੈਬੀ ਦ ਹੈਪੀ ਪ੍ਰਿੰਸ ਲੁਕਸ। ਸੋ ਮੇਅਰ ਕੀ ਕਹਿੰਦਾ ਹੈ ਕਿ ਬਹੁਤ ਹੀ ਬੈਡ ਸ਼ੇਪ ਦੇ ਵਿੱਚ ਦਿਖਾਈ ਦੇ ਰਿਹਾ ਹੈ ਹੈਪੀ ਪ੍ਰਿੰਸ। ਹਾਊ ਸ਼ੈਬੀ ਇੰਡੀਡ ਕ੍ਰਾਈਡ ਦ ਟਾਊਨ ਕਾਉਂਸਲਰਸ ਹੂ ਆਲਵੇਜ਼ ਐਗਰੀਡ ਵਿਦ ਦ ਮੇਅਰ ਐਂਡ ਦੇ ਵੈਂਟ ਅਪ ਟੂ ਲੁੱਕ ਐਟ ਇਟ। ਇਸ ਤੋਂ ਬਾਅਦ ਜਿਹੜੇ ਟਾਊਨ ਕਾਉਂਸਲਰ ਉਹਦੀ ਕੰਪਨੀ ਦੇ ਵਿੱਚ ਸੀ, ਮੇਅਰ ਦੀ ਕੰਪਨੀ ਦੇ ਵਿੱਚ, ਉਹ ਕਹਿੰਦੇ ਨੇ ਹਾਊ ਸ਼ੈਬੀ ਇੰਡੀਡ, ਵਾਕਿਆ ਹੀ ਇਹ ਜਿਹੜਾ ਸਟੈਚੂ ਹੈ ਬਹੁਤ ਹੀ ਬੁਰਾ ਲੱਗ ਰਿਹਾ ਹੈ ਕਿਉਂਕਿ ਇਹਦੇ ਉੱਪਰ ਹੁਣ ਗੋਲਡ ਨਹੀਂ ਹੈ। ਅਸਲ ਵਿੱਚ ਟਾਊਨ ਕਾਉਂਸਲਰ ਉਹ ਸੀਗੇ ਜਿਹੜੇ ਹਮੇਸ਼ਾ ਮੇਅਰ ਦੀ ਗੱਲ ਵਿੱਚ ਸਹਿਮਤ ਹੁੰਦੇ ਸੀ ਕਿਉਂਕਿ ਇਹ ਫਲੈਟਰੀ ਕਰਦੇ ਸੀਗੇ, ਚਾਪਲੂਸੀ ਕਰਦੇ ਸੀਗੇ। ਔਰ ਇਹਨਾਂ ਕਹਿ ਕੇ ਉਹ ਹੈਪੀ ਪ੍ਰਿੰਸ ਦੇ ਸਟੈਚੂ ਦੇ ਕੋਲ ਚਲੇ ਗਏ ਇਹਨੂੰ ਦੇਖਣ ਵਾਸਤੇ ਉੱਪਰ ਨੂੰ। ਦ ਰੂਬੀ ਹੈਜ਼ ਫਾਲਨ ਆਊਟ ਆਫ ਹਿਜ਼ ਸੌਟ, ਹਿਜ਼ ਆਈਜ਼ ਆਰ ਗੋਨ ਐਂਡ ਹੀ ਇਜ਼ ਗੋਲਡਨ ਨੋ ਲੋਂਗਰ ਸੈਡ ਦ ਮੇਅਰ ਇਨ ਫੈਕਟ ਹੀ ਇਜ਼ ਲਿਟਲ ਬੈਟਰ ਦੈਨ ਅ ਬੈਗਰ। ਮੇਅਰ ਕਹਿੰਦਾ ਹੈ ਕਿ ਦੇਖੋ ਉਹਦੀ ਸੌਟ, ਉਹਦੀ ਤਲਵਾਰ ਦੇ ਵਿੱਚੋਂ ਰੂਬੀ ਜਿਹੜਾ ਹੈ ਗਿਰ ਚੁੱਕਾ ਹੈ, ਉਹਦੀਆਂ ਆਈਜ਼ ਵੀ ਜਾ ਚੁੱਕੀਆਂ ਨੇ, ਸੋਨਾ ਵੀ ਉਹਦੇ ਉੱਪਰ ਹੁਣ ਬਿਲਕੁਲ ਨਹੀਂ ਹੈ। ਅਸਲ ਦੇ ਵਿੱਚ ਉਹ ਹੁਣ ਭਿਖਾਰੀ ਤੋਂ ਵਧੀਆ ਨਹੀਂ ਲੱਗ ਰਿਹਾ। ਲਿਟਲ ਬੈਟਰ ਦੈਨ ਅ ਬੈਗਰ ਸੈਡ ਦ ਟਾਊਨ ਕਾਉਂਸਲਰਸ। ਟਾਊਨ ਕਾਉਂਸਲਰ ਵੀ ਉਹਦੀ ਗੱਲ ਵਿੱਚ ਸਹਿਮਤੀ ਦਿਖਾਉਂਦੇ ਨੇ ਕਿ ਉਹ ਬਿਲਕੁਲ ਬੈਗਰ ਦੀ ਤਰ੍ਹਾਂ ਲੱਗ ਰਿਹਾ ਹੈ। ਐਂਡ ਹੇਅਰ ਇਜ਼ ਐਕਚੁਅਲੀ ਅ ਡੈਡ ਬਰਡ ਐਟ ਹਿਜ਼ ਫੀਟ ਕੰਟੀਨਿਊਡ ਦ ਮੇਅਰ। ਮੇਅਰ ਕਹਿੰਦਾ ਹੈ ਕਿ ਦੇਖੋ ਹੈਪੀ ਪ੍ਰਿੰਸ ਸਟੈਚੂ ਦੇ ਪੈਰਾਂ ਦੇ ਵਿੱਚ ਇੱਕ ਮਰਿਆ ਹੋਇਆ ਪੰਛੀ ਪਿਆ ਹੈ। ਵੀ ਮਸਟ ਰੀਅਲੀ ਇਸ਼ੂ ਅ ਪ੍ਰੋਕਲੇਮੇਸ਼ਨ ਦੈਟ ਬਰਡਸ ਆਰ ਨੋਟ ਟੂ ਬੀ ਅਲਾਉਡ ਟੂ ਡਾਈ ਹੇਅਰ। ਅਸੀਂ ਇੱਕ ਅਫੀਸ਼ੀਅਲ ਡੈਕਲੇਰੇਸ਼ਨ ਕਰਾਂਗੇ ਕਿ ਪੰਛੀ ਜਿਹੜੇ ਨੇ ਉਹ ਬਿਲਕੁਲ ਵੀ ਇੱਥੇ ਨਾ ਮਰਨ, ਪੰਛੀਆਂ ਨੂੰ ਇੱਥੇ ਮਰਨ ਦੀ ਆਗਿਆ ਨਹੀਂ ਹੈ। ਐਂਡ ਦ ਟਾਊਨ ਕਲਰਕ ਮੇਡ ਅ ਨੋਟ ਆਫ ਦ ਸੁਜੈਸ਼ਨ। ਔਰ ਜੋ ਟਾਊਨ ਕਲਰਕ ਉਹਦੇ ਕੋਲ ਖੜਾ ਸੀਗਾ ਉਹਨੇ ਇਸ ਸੁਜੈਸ਼ਨ ਦਾ ਇੱਕ ਨੋਟ ਡਾਊਨ ਜਿਹੜਾ ਹੈ ਆਪਣੇ ਡਾਕੂਮੈਂਟਸ ਦੇ ਉੱਪਰ ਇੱਕ ਨੋਟ ਲਿਖ ਲਿਆ। ਸੋ ਦੇ ਪੁੱਲ ਡਾਊਨ ਦਾ ਸਟੈਚੂ ਆਫ ਦ ਹੈਪੀ ਪ੍ਰਿੰਸ। ਸੋ ਇਸ ਤਰ੍ਹਾਂ ਉਹਨਾਂ ਨੇ ਹੈਪੀ ਪ੍ਰਿੰਸ ਦਾ ਜਿਹੜਾ ਸਟੈਚੂ ਸੀ ਉਹ ਗਿਰਾ ਦਿੱਤਾ। ਐਜ਼ ਹੀ ਇਜ਼ ਨੋ ਲੋਂਗਰ ਬਿਊਟੀਫੁਲ ਹੀ ਇਜ਼ ਨੋ ਲੋਂਗਰ ਯੂਜ਼ਫੁਲ ਸੈਡ ਦ ਆਰਟ ਪ੍ਰੋਫੈਸਰ ਐਟ ਦ ਯੂਨੀਵਰਸਿਟੀ।
ਯੂਨੀਵਰਸਿਟੀ ਦੇ ਆਰਟ ਪ੍ਰੋਫੈਸਰ ਨੇ ਕਿਹਾ ਕਿਉਂਕਿ ਇਹ ਹੈਪੀ ਪ੍ਰਿੰਸ ਹੁਣ ਬਿਊਟੀਫੁਲ ਨਹੀਂ ਹੈ, ਇਸ ਕਰਕੇ ਇਹਦਾ ਹੁਣ ਕੋਈ ਵੀ ਫਾਇਦਾ ਨਹੀਂ ਹੈ। ਦੈਨ ਦੇ ਮੈਲਟਿਡ ਦਾ ਸਟੈਚੂ ਇਨ ਅ ਫਰਨੈਸ। ਉਸ ਤੋਂ ਬਾਅਦ ਉਹਨਾਂ ਨੇ ਇੱਕ ਭੱਠੀ ਦੇ ਵਿੱਚ ਹੈਪੀ ਪ੍ਰਿੰਸ ਦੇ ਸਟੈਚੂ ਨੂੰ ਪਿਘਲਾ ਦਿੱਤਾ, ਮੈਲਟ ਕਰ ਦਿੱਤਾ। ਵਾਟ ਅ ਸਟ੍ਰੇਂਜ ਥਿੰਗ ਸੈਡ ਦਾ ਓਵਰਸੀਅਰ ਆਫ ਦਾ ਵਰਕਮੈਨ ਐਟ ਦਾ ਫਾਊਂਡਰੀ। ਔਰ ਉਹ ਜਿਹੜੀ ਫਾਊਂਡਰੀ ਸੀ ਜਿੱਥੇ ਮੈਲਟਿੰਗ ਦਾ ਕੰਮ ਹੋਇਆ ਸੀਗਾ, ਉਸ ਜਗ੍ਹਾ ਦੇ ਉੱਪਰ ਉੱਥੇ ਜਿਹੜਾ ਓਵਰਸੀਅਰ ਸੀਗਾ ਵਰਕਰਸ ਦਾ, ਉਹ ਕਹਿੰਦਾ ਕਿ ਦੇਖੋ ਕਿੰਨੀ ਅਜੀਬ ਗੱਲ ਹੈ, ਦਿਸ ਬ੍ਰੋਕਨ ਲੈਡ ਹਾਰਟ ਵਿਲ ਨਾਟ ਮੈਲਟ ਇਨ ਦਾ ਫਰਨੈਸ। ਇਹ ਟੁੱਟਿਆ ਹੋਇਆ ਲੈਡ ਦਾ ਬਣਿਆ ਹਾਰਟ ਪਿਘਲ ਨਹੀਂ ਰਿਹਾ ਫਰਨੈਸ ਦੇ ਵਿੱਚ। ਵੀ ਮਸਟ ਥਰੋ ਇਟ ਅਵੇ, ਅਸੀਂ ਇਹਨੂੰ ਸੁੱਟ ਦੇਵਾਂਗੇ। ਸੋ ਦੇ ਥਰੂ ਇਟ ਔਨ ਅ ਡਸਟ ਹੀਪ ਵੇਅਰ ਦ ਡੈਡ ਸਵਾਲੋ ਵਾਜ਼ ਆਲਸੋ ਲਾਈਂਗ। ਸੋ ਉਹਨਾਂ ਨੇ ਹੈਪੀ ਪ੍ਰਿੰਸ ਦਾ ਜਿਹੜਾ ਲੈਡ ਦਾ ਬਣਿਆ ਹੋਇਆ ਹਾਰਟ ਸੀਗਾ, ਉਹਨੂੰ ਇੱਕ ਕੂੜੇ ਦੇ ਢੇਰ ਦੇ ਉੱਪਰ ਸੁੱਟ ਦਿੱਤਾ, ਜਿੱਥੇ ਕਿ ਸਵਾਲੋ ਦੀ ਡੈਡ ਬੋਡੀ ਆਲਰੇਡੀ ਪਈ ਹੋਈ ਸੀ। ਬ੍ਰਿੰਗ ਮੀ ਦ ਟੂ ਮੋਸਟ ਪ੍ਰੈਸ਼ੀਅਸ ਥਿੰਗਸ ਇਨ ਦ ਸਿਟੀ ਸੈਡ ਗੋਡ ਟੂ ਵਨ ਆਫ ਹਿਜ਼ ਐਂਜਲਸ ਐਂਡ ਦ ਐਂਜਲ ਬ੍ਰੌਟ ਹਿਮ ਦ ਲੈਡ ਹਾਰਟ ਐਂਡ ਦ ਡੈਡ ਬਰਡ। ਔਰ ਹੁਣ ਉਹ ਗੋਡ ਦੀ ਗੱਲ ਕਰ ਰਿਹਾ ਹੈ ਕਿ ਗੋਡ ਆਪਣੇ ਹੈਵਨ ਅਬੋਰਡ ਦੇ ਵਿੱਚ ਹੈ ਔਰ ਆਪਣੇ ਐਂਜਲਸ ਨੂੰ ਕਹਿ ਰਿਹਾ ਹੈ, ਫਰਿਸ਼ਤਿਆਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਜਾਓ ਔਰ ਇਸ ਸ਼ਹਿਰ ਦੀਆਂ ਦੋ ਸਭ ਤੋਂ ਪ੍ਰੈਸ਼ੀਅਸ, ਸਭ ਤੋਂ ਕੀਮਤੀ ਚੀਜ਼ਾਂ ਮੇਰੇ ਕੋਲ ਲੈ ਕੇ ਆਓ। ਔਰ ਫਰਿਸ਼ਤਾ ਕੀ ਕਰਦਾ ਹੈ, ਉਹਦੇ ਕੋਲ ਹੈਪੀ ਪ੍ਰਿੰਸ ਦਾ ਲੈਡ ਹਾਰਟ ਔਰ ਡੈਡ ਸਵਾਲੋ ਦੀ ਨੂੰ ਲੈ ਕੇ ਆ ਜਾਂਦਾ ਹੈ ਗੋਡ ਦੇ ਕੋਲ। ਯੂ ਹੈਵ ਰਾਈਟਲੀ ਚੋਜ਼ਨ ਸੈਡ ਗੋਡ, ਫॉर in my garden of paradise this little bird shall sing forevermore, and in my city of gold the happy prince shall praise me। ਗੋਡ ਕਹਿੰਦਾ ਐਂਜਲਸ ਨੂੰ ਕਿ ਤੁਸੀਂ ਸਹੀ ਚੁਣਿਆ ਹੈ, ਮੈਨੂੰ ਇਹ ਦੋਨੋਂ ਹੀ ਚੀਜ਼ਾਂ ਚਾਹੀਦੀਆਂ ਸੀ, ਸਭ ਤੋਂ ਕੀਮਤੀ ਨੇ ਹੈਪੀ ਪ੍ਰਿੰਸ ਦਾ ਦਿਲ ਔਰ ਸਵਾਲੋ ਦੀ ਡੈਡ ਬੋਡੀ। ਫॉर in my garden of paradise this little bird shall sing forevermore। ਗੋਡ ਕਹਿੰਦੇ ਕਿ ਮੇਰੇ ਸਵਰਗ ਦੇ ਗਾਰਡਨ ਦੇ ਵਿੱਚ ਇਹ ਛੋਟਾ ਜਿਹਾ ਬਰਡ ਸਵਾਲੋ ਹਮੇਸ਼ਾ ਗਾਉਂਦਾ ਰਹੇਗਾ। ਐਂਡ ਇਨ ਮਾਈ ਸਿਟੀ ਆਫ ਗੋਲਡ, ਔਰ ਮੇਰੇ ਸੋਨੇ ਦੇ ਸ਼ਹਿਰ ਦੇ ਵਿੱਚ ਦ ਹੈਪੀ ਪ੍ਰਿੰਸ ਸ਼ੈਲ ਪ੍ਰੇਜ਼ ਮੀ, ਹੈਪੀ ਪ੍ਰਿੰਸ ਮੇਰੀ ਪ੍ਰਸ਼ੰਸਾ ਕਰਦਾ ਰਹੇਗਾ। ਸੋ ਓਵਰਆਲ ਇਹਦੇ ਨਾਲ ਹੀ ਜਿਹੜਾ ਲੈਸਨ ਫਿਨਿਸ਼ ਹੋ ਜਾਂਦਾ ਹੈ। ਆਸਕਰ ਵਾਈਲਡ ਨੇ ਜਿਹੜੀ ਇਹ ਸਟੋਰੀ ਲਿਖੀ ਸੀਗੀ ਔਰ ਇਸ ਤਰ੍ਹਾਂ ਦੇ ਨਾਲ ਸਾਨੂੰ ਇਹੀ ਜਿਹੜੀ ਹੈ ਲੈਸਨ ਮਿਲਦਾ ਇਸ ਸਟੋਰੀ ਤੋਂ ਕਿ ਗੋਡ ਜਿਹੜਾ ਹੈ ਉਹਨਾਂ ਨੂੰ ਪਿਆਰ ਕਰਦਾ ਹੈ ਜੋ ਕਿ ਉਹਦੇ ਲੋਕਾਂ ਨੂੰ ਪਿਆਰ ਕਰਦੇ ਨੇ। ਔਰ ਜੋ ਬਰਡ ਸੀਗਾ ਸਵਾਲੋ, ਉਹਨੇ ਵੀ ਲੋਕਾਂ ਦੀ ਬਹੁਤ ਮਦਦ ਕੀਤੀ, ਜਿਸ ਕਰਕੇ ਉਹ ਜਿਹੜਾ ਹੈ ਇਟਰਨਲ ਸੋਲ ਬਣ ਗਿਆ ਔਰ ਹਮੇਸ਼ਾ ਵਾਸਤੇ ਅਮਰ ਹੋ ਗਿਆ। ਥੈਂਕ ਯੂ।